ਜਦੋਂ ਗੁਰੂ ਨਾਨਕ ਸਾਹਿਬ ਆਪ ਹੀ ਕਿਤਨੇ ਲੈਂਗੁਏजेस ਨੂੰ ਯੂਜ਼ ਕਰਦੇ ਨੇ ਆਪਣੀ ਬਾਣੀ ਵਿੱਚ, ਫਾਰਸੀ ਤੋਂ ਲੈ ਕੇ ਬ੍ਰਿਜ ਤੋਂ ਲੈ ਕੇ ਕਿਤਨੀ ਬਾਣੀਆਂ ਉਹਨਾਂ ਨੇ ਲਫ਼ਜ਼ ਯੂਜ਼ ਕੀਤੇ ਨੇ। ਤੇ ਬੈਰੀਅਰ ਆਫ ਲੈਂਗੁਏਜ ਤੇ ਹੋਣਾ ਹੀ ਨਹੀਂ ਚਾਹੀਦਾ, ਹੈ ਨਾ। ਬਿਹਾਰ 'ਚ ਜਿਹੜੇ ਕਿਤਨੇ ਤੁਸੀਂ ਉਦਾਸੀਨ ਮੱਠਾਂ ਚਲੇ ਜਾਓ, ਜਿਹੜੇ ਬਜ਼ੁਰਗ ਨੇ ਅਜੇ ਵੀ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਨੇ, ਉਹਨਾਂ ਨੂੰ ਅਸੀਂ ਪੰਜਾਬ ਦੀ ਸੋਸ਼ੀਓ ਪੋਲੀਟੀਕਲ ਸਿਚੁਏਸ਼ਨ ਦੇ ਨਾਲ ਪਰੇ ਕਰ ਦਿੱਤਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕੰਟੈਂਟ ਉਹਨਾਂ ਤੱਕ ਨਾ ਪਹੁੰਚਾਈਏ। ਜਗਨਨਾਥ ਗਏ, ਰਾਈਟ, ਅਲੱਗ-ਅਲੱਗ ਫਿਰਕਿਆਂ ਦੇ ਮਾਈਂਡਸੈਟ ਦੇ ਲੋਕਾਂ ਨਾਲ ਮਿਲੇ, ਰਾਈਟ। ਪਹਿਲੀ ਗੱਲ ਤਾਂ ਦਾਇਰਾ ਕੀ ਹੈ, ਉਹਨੂੰ ਤੁਸੀਂ ਦਾਇਰੇ ਨੂੰ ਲਿਖੋਗੇ, ਤੁਹਾਨੂੰ ਪਹਿਲੇ ਨੈਰੇਟਿਵ ਸਮਝਣ ਵਿੱਚ ਬੜਾ ਟਾਈਮ ਲੱਗ ਜਾਂਦਾ ਹੈ। ਫਿਰ ਤੁਸੀਂ ਉਹਨੂੰ ਰੱਖੋ ਔਰ ਕਹੋ ਯਾਰ ਇਹ ਮੈਂ ਪੂਰਾ ਅਗਰ ਰੀਕ੍ਰੀਏਟ ਕਰਨਾ ਹੈ ਤੇ 70% ਇਲਾਕਾ ਤੇ ਅੱਜ ਕੱਲ੍ਹ ਜਿਓਗ੍ਰਾਫੀਕਲ ਪੋਲੀਟੀਕਲ ਬਾਉਂਡਰੀਜ਼ ਦੇ ਕਰਕੇ ਤੁਸੀਂ ਐਕਸੈਸ ਨਹੀਂ ਕਰ ਸਕਦੇ। ਮੈਂ ਬੜਾ ਵੱਡਾ ਕੰਮ 2 ਕਿਤਾਬਾਂ ਦੇ ਅੰਦਰ ਲੌਸਟ ਹੈਰੀਟੇਜ ਟਾਈਟਲ ਦੇ ਅੰਦਰ ਕੀਤਾ ਸੀਗਾ। 126 ਸ਼ਹਿਰ ਤੇ ਪਿੰਡਾਂ ਦੇ ਅੰਦਰ 2 ਬੁੱਕਸ ਦੇ ਅੰਦਰ ਸਿੱਖ ਲੈਗੇਸੀ ਰੈਮਿਨੈਂਸ ਇਨ ਪਾਕਿਸਤਾਨ ਨੂੰ ਡਾਕੂਮੈਂਟ ਕੀਤਾ ਸੀਗਾ। 2014 ਤੋਂ ਲੈ ਕੇ 2018 ਦੋ ਕਿਤਾਬਾਂ ਦੇ ਅੰਦਰ ਮੈਨੂੰ ਪਤਾ ਹੈ ਉਹ ਕਿਤਾਬਾਂ ਨੂੰ ਕਰਨੇ 'ਚ ਇੱਕ ਸਟਿਲ ਕੈਮਰਾ ਲਿਜਾਣ 'ਚ ਕਿੰਨੀ ਅੜਚਣਾਂ ਆਈਆਂ ਸੀ। ਹੁਣ ਤੁਸੀਂ ਡਰੋਨ ਲੈ ਕੇ ਤੇ ਵੱਡੇ ਕੈਮਰੇ ਲੈ ਕੇ ਜਾਣਾ ਹੈ, 4K ਕੈਮਰੇ ਫੋਰਮੈਟ ਕਿੱਦਾਂ ਕਰੋਗੇ? ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਦੀਪ ਧੀਮਾਨ ਤੇ ਤੁਸੀਂ ਦੇਖ ਰਹੇ ਹੋ ਪਬਲਿਕ ਗਾਰਡੀਅਨ। ਦੋਸਤੋ, ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਸਿੱਖਾਂ ਦੇ ਪਹਿਲੇ ਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੂੰ ਨਾ ਸਿਰਫ ਸਮਝਿਆ ਹੈ ਬਲਕਿ ਉਹਨਾਂ ਦੇ ਸਫ਼ਰ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਨਾਲ ਸਰਦਾਰ ਅਮਰਦੀਪ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਵੱਲੋਂ ਇੱਕ ਡਾਕੂਮੈਂਟਰੀ ਬਣਾਈ ਗਈ ਹੈ ਔਰ ਇਸ ਡਾਕੂਮੈਂਟਰੀ ਨੂੰ ਅੱਜ ਚੰਡੀਗੜ੍ਹ ਦੇ ਵਿੱਚ ਹਿੰਦੀ ਦੇ ਵਿੱਚ ਰਿਲੀਜ਼ ਕੀਤਾ ਗਿਆ ਹੈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ, ਦੇਖਦੇ ਹਾਂ ਕਿੱਥੇ ਤੱਕ ਆਪਾਂ ਸਮਝ ਪਾਉਂਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਉਸ ਸਫ਼ਰ ਨੂੰ। ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ। ਸਰ, ਅੱਜ ਤੁਸੀਂ ਖਾਸ ਤੌਰ ਤੇ ਹਿੰਦੀ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ, ਤੁਸੀਂ ਇਸ ਡਾਕੂਮੈਂਟਰੀ ਨੂੰ ਰਿਲੀਜ਼ ਕਰਨ ਲਈ ਆਏ ਹੋ। ਹਿੰਦੀ ਦੇ ਵਿੱਚ ਕੀ ਜ਼ਰੂਰਤ ਪਈ ਕਿ ਹਿੰਦੀ ਵਿੱਚ ਹੀ ਇਹ ਰਿਲੀਜ਼ ਹੋਏਗੀ? ਦੇਖੋ ਜੀ, ਗੁਰੂ ਨਾਨਕ ਸਾਹਿਬ ਦਾ ਜਿਹੜਾ ਮੈਸੇਜ ਹੈ ਉਹ ਜਦੋਂ ਗੁਰੂ ਨਾਨਕ ਸਾਹਿਬ ਆਪ ਹੀ ਕਿਤਨੇ ਲੈਂਗੁਏजेस ਨੂੰ ਯੂਜ਼ ਕਰਦੇ ਨੇ ਆਪਣੀ ਬਾਣੀ ਵਿੱਚ, ਫਾਰਸੀ ਤੋਂ ਲੈ ਕੇ ਬ੍ਰਿਜ ਤੋਂ ਲੈ ਕੇ ਕਿਤਨੀ ਬਾਣੀਆਂ ਉਹਨਾਂ ਨੇ ਲਫ਼ਜ਼ ਯੂਜ਼ ਕੀਤੇ ਨੇ। ਤੇ ਬੈਰੀਅਰ ਆਫ ਲੈਂਗੁਏਜ ਤੇ ਹੋਣਾ ਹੀ ਨਹੀਂ ਚਾਹੀਦਾ, ਹੈ ਨਾ। ਜਿੱਥੇ ਤੱਕ ਸਾਡੀ ਕਾਬਲੀਅਤ ਹੈ, ਜਿੱਥੋਂ ਤੱਕ ਫੰਡਿੰਗ ਮਿਲ ਸਕਦੀ ਹੈ, ਸਾਡਾ ਆਬਜੈਕਟਿਵ ਹੋਣਾ ਚਾਹੀਦਾ ਕਿ ਗੁਰੂ ਨਾਨਕ ਸਾਹਿਬ ਨੂੰ ਸਮਝਣ ਵਾਸਤੇ ਜਿਤਨੀ ਲੈਂਗੁਏजेस ਅਸੀਂ ਕਰ ਸਕੀਏ, ਜ਼ਿਆਦਾ ਤੋਂ ਜ਼ਿਆਦਾ ਰੀਚ ਵਧਾਉਣ ਵਾਸਤੇ ਸਾਨੂੰ ਕਰਨਾ ਚਾਹੀਦਾ। ਗੁਰੂ ਨਾਨਕ ਸਾਹਿਬ ਨੂੰ ਪੰਜਾਬ ਨੇ ਸ਼ਾਇਦ ਜੱਫਾ ਮਾਰ ਕੇ ਰੱਖ ਲਿਆ ਹੈ, ਹਾਂ। ਤੇ ਉੱਥੇ ਸਿੰਧੀਆਂ ਦੇ ਵੀ ਨੇ, ਉੱਥੇ ਬਲੋਚੀਆਂ ਦੇ ਵੀ ਨੇ। ਬਿਹਾਰ 'ਚ ਜਿਹੜੇ ਕਿਤਨੇ ਤੁਸੀਂ ਉਦਾਸੀਨ ਮੱਠਾਂ ਚਲੇ ਜਾਓ, ਜਿਹੜੇ ਬਜ਼ੁਰਗ ਨੇ ਅਜੇ ਵੀ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਨੇ, ਉਹਨਾਂ ਨੂੰ ਅਸੀਂ ਪੰਜਾਬ ਦੀ ਸੋਸ਼ੀਓ ਪੋਲੀਟੀਕਲ ਸਿਚੁਏਸ਼ਨ ਦੇ ਨਾਲ ਪਰੇ ਕਰ ਦਿੱਤਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕੰਟੈਂਟ ਉਹਨਾਂ ਤੱਕ ਨਾ ਪਹੁੰਚਾਈਏ। ਤੁਸੀਂ ਕਿਹਾ ਕਿ ਪੰਜਾਬ ਨੇ ਜੱਫਾ ਮਾਰ ਕੇ ਰੱਖ ਲਿਆ, ਪਰ ਗੁਰੂ ਨਾਨਕ ਸਾਹਿਬ 9 ਮੁਲਕਾਂ 'ਚ ਗਏ ਔਰ ਤੁਹਾਡਾ ਸਫ਼ਰ ਜੋ ਸੀ ਉਹ ਮੇਰੇ ਖਿਆਲ ਨਾਲ ਬਹੁਤ ਹੀ ਮੁਸ਼ਕਿਲ ਰਿਹਾ ਹੋਣਾ, ਕਿਉਂਕਿ ਉਹ ਵੇਲੇ ਹੋਰ ਸੀਗੇ। ਅੱਜ ਇੱਕ ਕੰਟਰੀ ਤੋਂ ਦੂਜੀ ਕੰਟਰੀ ਦੇ ਵਿੱਚ ਜਾਣਾ, ਇੰਨੀ ਜ਼ਿਆਦਾ ਪੁੱਛ ਪੜਤਾਲ ਕਰਨੀ, ਜਾਣਕਾਰੀ ਇਕੱਠੀ ਕਰਨੀ, ਕਿੱਦਾਂ ਔਰ ਕਦੋਂ ਸ਼ੁਰੂਆਤ ਹੋਈ ਔਰ ਕੀ ਤੁਹਾਨੂੰ ਰਸਤੇ ਵਿੱਚ ਅੜਚਣਾਂ ਆਈਆਂ, ਕਿੱਥੋਂ ਤੋਂ ਕਿੱਥੇ ਤੱਕ ਗਏ? ਦੇਖੋ, ਸਭ ਤੋਂ ਵੱਡੀ ਅੜਚਨ ਇਸ ਕੰਮ ਦੇ ਅੰਦਰ ਸਭ ਤੋਂ ਪਹਿਲੀ ਅੜਚਨ ਹੈ ਕਿ ਗੁਰੂ ਨਾਨਕ ਸਾਹਿਬ ਦੇ ਉੱਤੇ ਤੁਸੀਂ ਡਾਕੂ ਸੀਰੀਜ਼ ਬਣਾਉਣ ਜਾ ਰਹੇ ਹੋ, ਉਹਨਾਂ ਦਾ ਨੈਰੇਟਿਵ ਕਿੱਥੋਂ ਲਓਗੇ ਜਦੋਂ ਇੱਕ ਸ਼ਖਸ ਨੇ ਆਪਣੇ ਬਾਰੇ 'ਚ ਕੁਝ ਲਿਖਿਆ ਹੀ ਨਹੀਂ। ਸਭ ਤੋਂ ਅਗਰ ਆਪਣੇ ਬਾਰੇ 'ਚ ਕੁਝ ਲਿਖਿਆ ਵੀ ਹੈ ਫਿਰ ਵੀ ਨਾਂ ਨਹੀਂ ਲਿਆ। ਉਹਨਾਂ ਨੇ ਕਿਹਾ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਜ਼ਿਕਰ ਕਰ ਰਹੇ ਨੇ ਬਾਬਰ ਦਾ ਕਿ ਖੁਰਾਸਾਨ ਸੈਂਟਰਲ ਏਸ਼ੀਆ ਨੂੰ ਤਬਾਹ ਕਰਕੇ ਹਿੰਦੁਸਤਾਨ ਆ ਗਿਆ, ਰਾਈਟ। ਫਿਰ ਉਹ ਰੱਬ ਨਾਲ ਗੱਲ ਕਰ ਰਹੇ ਕਿ ਤੈਨੂੰ ਕੀ ਦਰਦ ਨਹੀਂ ਹੋਇਆ, ਉਹਨੇ ਇੰਨੇ ਬੰਦਿਆਂ ਨੂੰ ਮਾਰਤਾ ਇੱਥੇ, ਰਾਈਟ। ਹਿੰਦੂ ਮੁਸਲਿਮ ਸਿੱਖਾਂ ਨੂੰ ਸਾਰਿਆਂ ਨੂੰ ਮਾਰਿਆ ਉਸਨੇ। ਉਹ ਤਾਂ ਕੋਈ ਮਜ਼ਹਬ ਦੀ ਗੱਲ ਨਹੀਂ ਸੀ ਉਹ ਤੇ ਲੇਕਿਨ ਉਸ ਅੰਦਰ ਫਿਰ ਵੀ ਉਹ ਨਹੀਂ ਕਹਿ ਰਹੇ ਕਿ ਕਿੱਥੇ ਸੀਗੇ ਖੜੇ। ਜਨਮ ਸਾਖੀਆਂ ਲਿਖਿਆ ਗਿਆ ਕਿ ਉਹ ਆਪਣੇ ਅਹਿਮਦਾਬਾਦ ਵਿੱਚ ਸੀਗੇ, ਲੇਕਿਨ ਉਹਨਾਂ ਨੇ ਨਹੀਂ ਕਿਹਾ। ਤੇ ਤੁਸੀਂ ਉਹ ਚੀਜ਼ ਕਰਨ ਜਾ ਰਹੇ ਹੋ ਜਿਹਦੇ 'ਚ ਉਹਨਾਂ ਨੇ ਕੁਝ ਆਪਣੇ ਬਾਰੇ ਲਿਖਿਆ ਨਹੀਂ। ਤੇ ਸਭ ਤੋਂ ਵੱਡੀ ਚੈਲੰਜ ਆਉਂਦੀ ਕਿ ਨੈਰੇਟਿਵ ਕਿੱਥੋਂ ਸ਼ੁਰੂ ਕਰੋਗੇ। ਅੱਜ ਦੇ WhatsApp ਯੂਨੀਵਰਸਿਟੀ ਦੇ ਅੰਦਰ, ਅੱਜ ਦੇ Facebook ਦੇ ਅੰਦਰ, ਸੋਸ਼ਲ ਮੀਡੀਆ ਅੰਦਰ ਗੁਰੂ ਨਾਨਕ ਸਾਹਿਬ ਦਾ ਸਫ਼ਰ ਅਜੇ ਰੁਕਿਆ ਨਹੀਂ ਹੈ, ਉਹ ਚੱਲੀ ਜਾ ਰਹੇ ਨੇ। ਕੋਈ ਪਾ ਰਿਹਾ ਹੈ ਗੁਰੂ ਨਾਨਕ ਇਨ ਅਮਰੀਕਾ ਵੀਡੀਓ ਪਾ ਦਿੱਤੀ ਹੈ, ਹਾਂ। ਕੋਈ ਪਾ ਰਿਹਾ ਹੈ ਗੁਰੂ ਨਾਨਕ ਇਨ ਨਾਰਥ ਪੋਲ ਵੀ ਪਹੁੰਚ ਜਾਣਗੇ, ਸਾਊਥ ਪੋਲ ਵੀ ਪਹੁੰਚ ਜਾਣਗੇ ਉਹ ਤੇ ਸਾਡਾ ਇਹਨਾਂ ਦੇ ਵਾਦ ਵਿਵਾਦ ਵਿੱਚ ਨਹੀਂ ਪੈਣਾ ਹੈ। ਸਾਡਾ ਇੱਕ ਅਕੈਡਮਿਕ ਪੱਖ ਹੈਗਾ। ਅਕੈਡਮਿਕ ਪੱਖ ਨਾਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੀ ਲਾਈਫ ਤੋਂ ਬਾਅਦ ਦ ਪੀਪਲ ਆਫ ਫੇਥ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਸੀਗੇ, ਉਹਨਾਂ 'ਚੋਂ ਭਾਈ ਗੁਰਦਾਸ ਜੀ ਨੇ ਪਹਿਲੀ ਆਪਣੀ ਵਾਰਾਂ ਲਿਖੀਆਂ ਉਹਨਾਂ ਦੇ 65 ਸਾਲ ਬਾਅਦ। ਤੇ 150 ਸਾਲ ਤੱਕ ਦਾ ਜਿਹੜਾ ਲਿਟਰੇਚਰ ਹੈ ਉਹ ਅਸੀਂ ਅਗਰ ਸੰਗ੍ਰਹਿ ਲਈਏ, ਉਹਨਾਂ 'ਚੋਂ ਬੜੀ ਸਿਮਿਲੈਰਿਟੀਜ਼ ਹੈਗੀਆਂ ਔਰ ਬਹੁਤ ਸਾਰੀ ਡਿਫਰੈਂਸਿਸ ਵੀ ਹੈਗੀਆਂ। ਤੇ ਜੋ ਚੀਜ਼ਾਂ ਮਿਲਦੀਆਂ ਨੇ ਉਹਨਾਂ 'ਚੋਂ ਅਸੀਂ ਮਿਲਣ ਵਾਲੀ ਚੀਜ਼ ਨੂੰ ਦੇਖੀਏ, ਉਸ ਦਾ ਨੈਰੇਟਿਵ ਕੰਸਟਰਕਟ ਕਰੀਏ ਤੇ ਤੁਹਾਨੂੰ ਇਹ ਚੀਜ਼ਾਂ ਸਮਝ ਆਉਂਦੀਆਂ ਨੇ ਕਿ ਸਿਰਫ 2 ਸ਼ਖਸ ਚਲੇ ਸਨ, ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ। ਕੋਈ ਬਾਲਾ ਨਹੀਂ ਸੀ ਉਸ ਟਾਈਮ। ਬਾਲਾ ਤੇ ਬਾਈ 150 ਈਅਰਸ ਤੇ ਬਾਅਦ ਦੇ ਟੈਕਸ ਵਿੱਚ ਆਏ ਨੇ ਔਰ ਉਹਨਾਂ ਦਾ ਜਿਹੜਾ ਦਾਇਰਾ ਹੈ ਚੱਲਣ ਦਾ
ਉਹ 9 ਮੁਲਕਾਂ ਤੱਕ ਸੀਮਿਤ ਹੈਗਾ। ਉਹ ਕਿਹੜੇ 9 ਮੁਲਕ ਨੇ? ਇੰਡੀਆ, ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਇਰਾਕ, ਸਾਊਦੀ ਅਰੇਬੀਆ, ਤਿੱਬਤ, ਬਾਂਗਲਾਦੇਸ਼ ਔਰ ਸ਼੍ਰੀਲੰਕਾ। ਇਹ 9 ਮੁਲਕ ਹੈਗੇ। ਇਹਨਾਂ 'ਚੋਂ 150 ਤੋਂ ਉੱਪਰ ਮਲਟੀ ਫੇਥ ਸਾਈਟਸ ਦਾ ਜ਼ਿਕਰ ਆਉਂਦਾ ਹੈ ਜਿੱਥੇ ਉਹ ਗਏ ਸਨ। ਟਿੱਲਾ ਜੋਗੀਆਂ ਹੋ ਗਏ, ਨਾਥ ਜੋਗੀਆਂ ਨੂੰ ਮਿਲੇ, ਇਸਲਾਮਿਕ ਸ਼ਖਸਾਂ ਨੂੰ ਮਿਲੇ, ਕਾਦਰੀ ਸਿਲਸਿਲੇ ਨੂੰ ਮਿਲੇ, ਮੱਕਾ ਮਦੀਨਾ ਗਏ, ਜਗਨਨਾਥ ਗਏ, ਰਾਈਟ। ਅਲੱਗ-ਅਲੱਗ ਫਿਰਕਿਆਂ ਦੇ ਮਾਈਂਡਸੈਟ ਦੇ ਲੋਕਾਂ ਨਾਲ ਮਿਲੇ, ਰਾਈਟ। ਕੀ ਉਹਨਾਂ ਦੀ ਲੋੜ ਸੀਗੀ? ਇੱਕ ਗੋਸ਼ਟੀ ਸੀਗੀ ਨਾ। ਤੇ ਪਹਿਲੀ ਦੀ ਗੱਲ ਤੇ ਜਾਓ, ਪਹਿਲੀ ਗੱਲ ਤੇ ਦਾਇਰਾ ਕੀ ਹੈ, ਉਹਨੂੰ ਤੁਸੀਂ ਦਾਇਰੇ ਨੂੰ ਲਿਖੋਗੇ, ਤੁਹਾਨੂੰ ਪਹਿਲੇ ਨੈਰੇਟਿਵ ਸਮਝਣ ਵਿੱਚ ਬੜਾ ਟਾਈਮ ਲੱਗ ਜਾਂਦਾ ਹੈ। ਫਿਰ ਤੁਸੀਂ ਉਹਨੂੰ ਰੱਖੋ ਔਰ ਕਹੋ ਯਾਰ ਇਹ ਮੈਂ ਪੂਰਾ ਅਗਰ ਰੀਕ੍ਰੀਏਟ ਕਰਨਾ ਹੈ ਤੇ 70% ਇਲਾਕਾ ਤੇ ਅੱਜ ਕੱਲ੍ਹ ਜਿਓਗ੍ਰਾਫੀਕਲ ਪੋਲੀਟੀਕਲ ਬਾਉਂਡਰੀਜ਼ ਦੇ ਕਰਕੇ ਤੁਸੀਂ ਐਕਸੈਸ ਨਹੀਂ ਕਰ ਸਕਦੇ। ਮੈਂ ਬੜਾ ਵੱਡਾ ਕੰਮ 2 ਕਿਤਾਬਾਂ ਦੇ ਅੰਦਰ ਲੌਸਟ ਹੈਰੀਟੇਜ ਟਾਈਟਲ ਦੇ ਅੰਦਰ ਕੀਤਾ ਸੀਗਾ। 126 ਸ਼ਹਿਰ ਤੇ ਪਿੰਡਾਂ ਦੇ ਅੰਦਰ 2 ਬੁੱਕਸ ਦੇ ਅੰਦਰ ਸਿੱਖ ਲੈਗੇਸੀ ਰੈਮਨੈਂਟਸ ਇਨ ਪਾਕਿਸਤਾਨ ਨੂੰ ਡਾਕੂਮੈਂਟ ਕੀਤਾ ਸੀਗਾ। 2014 ਤੋਂ ਲੈ ਕੇ 2018 ਦੇ 2 ਕਿਤਾਬਾਂ ਦੇ ਅੰਦਰ ਮੈਨੂੰ ਪਤਾ ਹੈ ਉਹ ਕਿਤਾਬਾਂ ਨੂੰ ਕਰਨੇ 'ਚ ਇੱਕ ਸਟਿਲ ਕੈਮਰਾ ਲਿਜਾਣ 'ਚ ਕਿੰਨੀ ਅੜਚਣਾਂ ਆਈਆਂ ਸੀ। ਹੁਣ ਤੁਸੀਂ ਡਰੋਨ ਲੈ ਕੇ ਤੇ ਵੱਡੇ ਕੈਮਰੇ ਲੈ ਕੇ ਜਾਣਾ ਹੈ, 4K ਕੈਮਰੇ ਫੋਰਮੈਟ ਕਿੱਦਾਂ ਕਰੋਗੇ? ਤੇ ਉਹੀ ਬੰਦਾ ਉੱਥੇ ਆਪਣੇ ਨੂੰ ਸੋਚਦਾ ਕਿ ਹੋ ਹੀ ਨਹੀਂ ਸਕਦਾ। ਫਿਰ ਨੈਕਸਟ ਉਹ ਫਿਰ ਰੱਬ ਨੇ ਕੁਝ ਕਰਾਉਣਾ ਹੁੰਦਾ, ਚੀਜ਼ਾਂ ਬਣਦੀਆਂ ਜਾਂਦੀਆਂ ਨੇ 1 after 1। ਫਿਰ ਨੈਕਸਟ ਚੈਲੰਜ ਆਉਂਦੀ ਹੈ ਫਾਈਨੈਂਸ਼ੀਅਲ ਰਿਸੋਰਸਿਸ। ਇਹੋ ਜਿਹੇ ਪ੍ਰੋਜੈਕਟ ਬੜੇ ਵੱਡੇ ਹੋ ਜਾਂਦੇ ਨੇ ਔਰ ਤੁਸੀਂ ਇਹਨੂੰ ਕਮਰਸ਼ਲੀ ਕਰ ਨਹੀਂ ਰਹੇ ਹੋ। ਤੇ ਫਿਰ ਫਿਲੈਂਥਰੋਪਿਕ ਸਪੋਰਟ ਨਾਲ ਸਪੋਰਟ ਕੋਈ ਦੇਗਾ ਤਾਂ ਹੀ ਕੰਮ ਹੋਏਗਾ ਜਿਹਨੂੰ। ਔਰ ਕਿਤਨੇ ਲੋਕ ਫਿਲੈਂਥਰੋਪਿਕ ਐਂਗਲ ਨੂੰ ਸਮਝਦੇ ਨੇ, ਲੇਕਿਨ ਸਾਨੂੰ ਰੱਬ ਨੇ ਸਭ ਜਗ੍ਹਾ ਤੋਂ ਤਾਂਦਾ ਜੋੜ ਦਿੱਤੀਆਂ। ਉਹ ਕਰਦੇ ਕਰਦੇ ਕੰਮ ਬਸ ਹੋ ਗਿਆ। ਵੀ ਆਰ ਜਸਟ ਮੀਨਸ, ਸਾਡੇ ਕੋਲੋਂ ਕੰਮ ਕਰਾਉਣਾ ਸੀਗਾ, ਰੱਬ ਨੇ ਕਰਾ ਦਿੱਤਾ ਬਸ। ਅੱਛਾ, ਤੁਸੀਂ ਕਹਿ ਕੇ ਫਾਈਨੈਂਸ਼ੀਅਲ ਸੋਰਸਿਸ ਨਹੀਂ ਸੀਗੇ, ਬਹੁਤ ਹੀ ਸੀਮਿਤ ਸੀਗੇ। ਕਿੰਨਾ ਖਰਚਾ ਤੁਹਾਡਾ ਆ, ਕਿੰਨਾ ਜੋ ਇਸ ਪੂਰੀ ਡਾਕੂਮੈਂਟਰੀ ਨੂੰ ਹੁਣ ਤੱਕ ਬਣਾਉਣ ਦੇ ਵਿੱਚ, ਔਰ ਅੱਗੇ ਕਿੰਨਾ ਆ ਸਕਦਾ ਹੈ? ਜਿਵੇਂ ਤੁਸੀਂ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਇਸ ਨੂੰ ਟਰਾਂਸਲੇਟ ਵੀ ਕਰਵਾ ਰਹੇ ਹੋ। ਨਹੀਂ, ਪਹਿਲੀ ਗੱਲ ਤੇ ਅਸੀਂ ਇਸ ਨੂੰ 2018 ਵਿੱਚ ਸ਼ੁਰੂ ਕੀਤਾ ਸੀਗਾ। ਹੁਣ ਅਸੀਂ 2023 'ਚ ਪਹੁੰਚ ਗਏ ਹਾਂ। ਅਸੀਂ ਮਾਰਚ ਵਿੱਚ ਹਾਂ। ਅਸੀਂ ਅੱਜ ਤੋਂ ਹਰ ਹਫਤੇ ਇੱਕ ਐਪੀਸੋਡ ਹਿੰਦੀ 'ਚ ਰਿਲੀਜ਼ ਕਰ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਇੰਗਲਿਸ਼ ਕਰ ਚੁੱਕੇ ਹਾਂ। ਫਿਰ ਅਸੀਂ ਪੰਜਾਬੀ ਵਿੱਚ ਗੁਰਮੁਖੀ ਸਕ੍ਰਿਪਟ ਕਰ ਚੁੱਕੇ ਹਾਂ। ਅਸੀਂ ਪੰਜਾਬੀ ਵਿੱਚ ਸ਼ਾਹਮੁਖੀ ਕਰ ਚੁੱਕੇ ਹਾਂ। ਹਿੰਦੀ ਦਾ ਹੁਣ ਕਰ ਰਹੇ ਹਾਂ। ਇਸ ਤੋਂ ਬਾਅਦ ਇੱਕ ਹੋਰ ਲੈਂਗੁਏਜ ਕਰਾਂਗੇ ਉਰਦੂ ਦੇ ਅੰਦਰ, ਔਰ ਸਿੰਧ ਬਲੋਚਿਸਤਾਨ ਦੇ ਅੰਦਰ ਜਿਹੜੀ ਨਾਨਕ ਨਾਮ ਲੇਵਾ ਸੰਗਤ ਹੈ ਉਹਨਾਂ ਵਾਸਤੇ ਅਸੀਂ ਕਰਾਂਗੇ। ਇਹ ਸਾਰਾ ਪ੍ਰੋਜੈਕਟ ਹੁਣ $2.8 ਮਿਲੀਅਨ ਹਿੱਟ ਕਰ ਗਿਆ 5 ਸਾਲ ਦੇ ਅੰਦਰ। ਤੇ ਰਿਸੋਰਸਿਸ ਦੀ ਦੇਖੋ ਅੜਚਨ ਇਸ ਤਰ੍ਹਾਂ ਹੈ ਕਿ ਕੋਈ ਜਦੋਂ ਤੁਹਾਡੇ ਕੋਲ ਸੰਸਥਾ ਜਿਹੜੀ ਹੈ ਉਹ ਕਮਿਊਨਿਟੀ ਬੇਸਡ ਲੋਕ ਨੇ, ਜਿਹੜੇ ਲੋਕ ਇਕੱਠੇ ਹੋ ਰਹੇ ਨੇ, ਜਿਹਨਾਂ ਨੇ ਤੁਹਾਡਾ ਪੁਰਾਣਾ ਕੰਮ ਦੇਖਿਆ, ਜਿਹਨਾਂ ਨੇ ਜਜ਼ਬਾ ਦੇਖਿਆ, ਉਹਨਾਂ ਨੇ ਆ ਕੇ ਬਸ ਤੁਹਾਡਾ ਸਪੋਰਟ ਕੀਤਾ ਹੈ। ਇਹ ਇੱਕ ਕਰਕੇ ਇੱਕ ਪੂਰਾ ਪਹਾੜ ਬਣ ਗਿਆ ਹੈ। ਬਸ ਇੱਦਾਂ ਹੀ ਹੋਇਆ। ਬਸ ਸੰਗਤ ਜੁੜਦੀ, ਬਸ ਜੁੜਦੇ ਗਏ ਲੋਕ। ਇੱਕ ਤੁਸੀਂ ਚਲੇ ਉਹ ਕਾਫਿਲਾ ਬਣਦਾ ਗਿਆ। ਤੇ ਅਸੀਂ ਉਹਨਾਂ ਸਾਰਿਆਂ ਨੂੰ ਧੰਨਵਾਦ ਕਰਨੇ। ਇਹ ਸਾਡਾ ਕੰਮ ਨਹੀਂ ਹੈ। ਜਿਹੜੇ ਵੀ ਬੰਦੇ ਨੇ $1 ਵੀ ਪਾਇਆ, ਜਿਸਨੇ $10,000 ਵੀ ਪਾਏ, ਸਾਰਿਆਂ ਉਹਨਾਂ ਦੇ ਕਰਕੇ ਹੀ ਕੰਮ ਹੋਇਆ ਹੈ। ਔਰ ਅਸੀਂ ਉਹਨਾਂ ਸਾਰਿਆਂ ਨੂੰ ਥੈਂਕ ਯੂ ਕਰਦੇ ਹਾਂ। ਅਸੀਂ ਤਾਂ ਸਿਰਫ ਕੰਮ ਕਰਨ ਵਾਲੇ ਸੀਗੇ। ਅੱਛਾ ਅਮਰਜੀਤ ਜੀ, ਮੈਂ ਇੱਕ ਪੱਖ ਜ਼ਰੂਰ ਇਹਦੇ ਤੇ ਜਾਣਨਾ ਚਾਹਾਂਗਾ। ਪਹਿਲਾਂ ਤੁਸੀਂ ਬੁੱਕਸ ਲਿਖੀਆਂ, ਉਹਦੇ ਤੇ ਰਿਸਰਚ ਕੀਤੀ, ਕਿ ਬੁੱਕਸ ਦੀ ਰਿਸਰਚ ਦੇ ਬੇਸ ਤੇ ਡਾਕੂਮੈਂਟਰੀ ਬਣਾਈ ਗਈ ਆ ਜਾਂ ਫਿਰ ਤੁਹਾਨੂੰ ਹੋਰ ਵੀ ਹਿਸਟੋਰੀਅਨਸ ਦੇ ਨਾਲ ਮੁਲਾਕਾਤ ਕਰਨੀ ਪਈ, ਜਾਣਨਾ ਪਿਆ? ਨਹੀਂ, ਬੁੱਕਸ ਅਲੱਗ ਸਬਜੈਕਟ ਹੈ। ਮੇਰੇ ਕਾਰਪੋਰੇਟ ਜਗਤ ਤੋਂ ਬਾਅਦ 2014 ਵਿੱਚ ਕੰਮ ਕੀਤਾ ਸੀਗਾ। ਬੁੱਕਸ ਹੈਗੀ ਲੌਸਟ ਹੈਰੀਟੇਜ ਦ ਸਿੱਖ ਲੈਗੇਸੀ ਇਨ ਪਾਕਿਸਤਾਨ। ਦੂਜੀ ਹੈ ਦ ਕੁਐਸਟ ਕੰਟੀਨਿਊਸ, ਖੋਜ ਜਾਰੀ ਹੈ। ਲੌਸਟ ਹੈਰੀਟੇਜ ਦਾ ਸਿੱਖ ਲੈਗੇਸੀ ਇਨ ਪਾਕਿਸਤਾਨ। ਉਹ ਪਾਕਿਸਤਾਨ ਦੇ ਅੰਦਰ ਵਿਰਾਸਤ ਜਿਹੜੀ ਰਹਿ ਗਈ ਹੈ, ਵਿਰਾਸਤ ਦਾ ਕੀ ਅੰਸ਼ ਹੁੰਦਾ ਹੈ? ਉਸ ਦੇ ਅੰਦਰ ਗੁਰੂ ਨਾਨਕ ਦਾ ਪੱਖ ਆਏਗਾ, ਲੇਕਿਨ ਗੁਰੂ ਨਾਨਕ ਇਜ਼ ਨਾਟ ਦੀ ਓਨਲੀ ਥਿੰਗ ਨਾ। ਵਿਰਾਸਤ ਦੇ ਅੰਦਰ ਤਾਂ ਕਿਲੇ ਵੀ ਬਣੇ ਸਨ। ਜਮਰੋਦ ਦੇ ਵਿੱਚ ਹਰੀ ਸਿੰਘ ਨਲਵਾ ਦਾ ਡੈਥ ਹੋਈ ਸੀ, ਉਹ ਵੀ ਹੈਗਾ। ਸ਼ਬ ਕਦਰ ਦਾ ਕਿਲਾ ਜਿੱਥੇ ਇੱਕ ਹੋਇਆ ਸੀਗਾ। 22 ਕਿਲੇ ਇੰਡਸ ਦਰਿਆ ਦੇ ਨਾਲ ਬਣੇ ਸੀਗੇ। ਜਿਹੜੇ ਗੁਰਦੁਆਰੇ ਵੀ ਸੀਗੇ ਉਸ ਦੇ ਅੰਦਰ, ਜਿਹੜੇ ਫੰਕਸ਼ਨਲ ਨੇ, ਨਾਨ ਫੰਕਸ਼ਨਲ ਨੇ, ਜਿਹੜੀ ਕਮਿਊਨਿਟੀਜ਼ ਰਹਿ ਰਹੀਆਂ ਨੇ ਪਿੰਡਾਂ ਦੇ ਅੰਦਰ ਰਹਿ ਰਹੀਆਂ, ਜਿਹੜੇ ਨਾਮ ਲੇਵਾ ਹੈਗੀਆਂ, ਨਾਨਕ ਨਾਮ ਲੇਵਾ ਹਜੇ ਵੀ ਰਹਿ ਰਹੀਆਂ ਨੇ। ਜਿਹੜੇ ਉਹ ਇਲਾਕਿਆਂ ਦੇ ਅੰਦਰ, ਜਿਹੜੇ ਸਿੰਧ ਬਲੋਚਿਸਤਾਨ ਦੇ ਅੰਦਰ ਕਿਤਨੀ ਤਾਦਾਦ ਬੈਠੀ ਹੋਈ ਹੈ, ਉਹ ਵੀ ਤਾਂ ਇੱਕ ਐਸਪੈਕਟ ਆਉਂਦਾ ਹੈ। ਉਹਨਾਂ ਦਾ ਕਲਚਰ ਕੀ ਹੈਗਾ, ਉਹਨਾਂ ਦਾ ਇੱਕ ਸਿੰਕ੍ਰੈਟਿਕ ਫੇਥ ਕੀ ਹੈ, ਉਸ ਨੂੰ ਸਮਝਣਾ। ਜਿਹੜੇ ਇੱਥੇ ਬੈਠੇ ਨੇ ਆਰਟ ਆਰਕੀਟੈਕਚਰ ਨੂੰ ਸਮਝਣਾ। ਅੱਜ ਸਾਡੇ ਗੁਰਦੁਆਰੇ ਸਿਰਫ ਸੋਨਾ ਤੇ ਸੰਗਮਰਮਰ ਹਨ, ਲੇਕਿਨ ਪਹਿਲਾਂ ਉਹਨਾਂ ਦੇ ਅੰਦਰ ਬੜਾ ਚੰਗਾ ਆਰਟ ਵਰਕ ਹੁੰਦਾ ਸੀਗਾ। ਉਹ ਸਾਡੇ ਇੰਡਿਕ ਕਲਚਰ ਦੇ ਜਿਹੜੀ ਫਿਲੋਸੋਫੀਕਲ ਸਟੋਰੀਜ਼ ਸੀਗੀਆਂ, ਅਗਰ ਪ੍ਰਹਲਾਦ ਨੂੰ ਡਿਪਿਕਟ ਕਰ ਜਾਵੇ ਜਾਂ ਤੇ ਹਰੀਸ਼ ਚੰਦਰ ਨੂੰ ਡਿਪਿਕਟ ਕੀਤਾ ਜਾਵੇ, ਉਹਨਾਂ ਦੇ ਇੱਕ ਮੈਸੇਜ ਸੀਗਾ। ਉਹ ਮੈਸੇਜ ਨੂੰ ਇੱਕ ਗੁਰਦੁਆਰੇ 'ਚ ਥਾਂ ਮਿਲਦੀ ਸੀ। ਹੁਣ ਤੁਸੀਂ
ਦਾਇਰੇ 'ਚ ਕਹਿ ਦਿਓ ਹਿੰਦੂ ਮੁਸਲਿਮ ਤੇ ਉਹ ਤੇ ਤੁਹਾਡੀ ਸੋਚ ਨਹੀਂ ਹੈ, ਲੇਕਿਨ ਜਦੋਂ ਬਾਣੀ 'ਚ ਉਹਨਾਂ ਦਾ ਜ਼ਿਕਰ ਆਉਂਦਾ ਹੈ ਤੇ ਕੁਝ ਸਿੱਖਣ ਨੂੰ ਹੀ ਮਿਲਦਾ ਹੈ ਨਾ। ਤੇ ਲੇਕਿਨ ਉਹਨਾਂ ਦੀ ਖੰਡਰਾਵਾਂ ਵਿੱਚ ਉਹ ਜਿਹੜੇ ਗੁਰਦੁਆਰੇ ਦੀ ਖੰਡਰਾਤ ਨੇ ਅਲੱਗ ਰਿਮੋਟ ਜਗ੍ਹਾ 'ਚ, ਉਹਨਾਂ 'ਚ ਉਹ ਝਲਕ ਨਜ਼ਰ ਆਉਂਦੀ ਹੈ। ਤਾਂ ਉਸ ਵਿੱਚੋਂ ਸਮਝ ਨੂੰ ਆਉਂਦਾ ਹੈ ਕਿ ਸਾਡੇ ਬਜ਼ੁਰਗ ਕਿਸ ਤਰ੍ਹਾਂ ਜ਼ਿੰਦਗੀ ਜੀ ਰਹੇ ਸਨ, ਕੀ ਉਹਨਾਂ ਦੀ ਸੋਚੀ, ਉਸ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ। ਉਹ ਕੰਮ ਦਾ ਇਸ ਦੇ ਨਾਲ ਕੁਝ ਲੈਣਾ ਦੇਣਾ ਨਹੀਂ ਹੈ। ਇਹ ਤਾਂ ਇੱਕ ਡਾਕੂਮੈਂਟਰੀ ਸੀਰੀਜ਼, ਉਸ 'ਤੇ ਇੱਕ ਕੈਮਰਾ ਲੈ ਕੇ ਚਲੇ, ਅਸੀਂ 2 ਕਿਤਾਬਾਂ ਕਰ ਦਿੱਤੀਆਂ, 1000 ਪਿਕਚਰਾਂ ਉਸ 'ਤੇ ਡਾਲਤੀਆਂ, ਉਸ 'ਤੇ ਕਹਾਣੀ ਲਿਖ ਦਿੱਤੀ। ਇਹ ਤਾਂ ਅਸੀਂ ਇੱਕ ਪੂਰਾ ਇੱਕ ਸਕ੍ਰਿਪਟ ਦੇ ਨਾਲ ਸ਼ਬਦਾਂ ਨੂੰ ਡਾਕੂਮੈਂਟ ਕਰਕੇ 260 ਸ਼ਬਦ ਨੇ ਇਸ ਦੇ ਅੰਦਰ, ਔਰ 18 ਕੰਟਰੀਜ਼ ਚੱਲੇ ਹਾਂ, 150 ਮਲਟੀਫੇਥ ਸਾਈਟਸ ਵਿੱਚ ਗਏ ਹਾਂ। ਤੇ ਇਹ ਤਾਂ ਪੂਰੀ ਡਾਕੂਮੈਂਟਰੀ ਸੀਰੀਜ਼ ਕੰਸਟਰਕਟ ਕਰਨਾ ਹੈ। ਇਹਦਾ ਤਾਂ ਪੂਰਾ ਇੱਕ ਦਾਇਰਾ ਹੀ, ਇਹਦਾ ਸਕੋਪ ਹੀ ਡਿਫਰੈਂਟ ਹੋ ਜਾਂਦਾ ਹੈ। ਕੀ ਇਸ ਡਾਕੂਮੈਂਟਰੀ ਦੇ ਨਾਲ ਜੋ ਦਰਸ਼ਕ ਹੋਣਗੇ ਉਹ ਸਿਰਫ ਇਤਿਹਾਸਕ ਪੱਖਾਂ ਨਾਲ ਜੁੜਨਗੇ ਜਾਂ ਅਧਿਆਤਮਕ ਪੱਖ ਨਾਲ ਵੀ? ਸਪਿਰਿਚੁਅਲ ਐਂਗਲ ਨਾਲ ਜੁੜਨਗੇ। ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ, ਅਗਰ ਕੋਈ ਨੀਦਰਲੈਂਡ ਵਿੱਚ ਇੱਕ ਸੁਸਾਇਟੀ ਬੈਠੀ ਹੈ ਔਰ ਉਹਨਾਂ ਦਾ ਇੰਡੀਆ ਨਾਲ ਕੁਝ ਲੈਣਾ ਦੇਣਾ ਨਹੀਂ ਹੈ, ਉਹ ਪੁੱਛ ਰਹੇ ਨੇ ਕਿ ਇਹਦਾ ਡੱਚ ਵਰਜ਼ਨ ਕਿਉਂ ਦਿਓਗੇ, ਉਸ ਵਿੱਚ ਤੁਹਾਡਾ ਜਵਾਬ ਹੈ ਨਾ ਕਿ ਇਹ ਹਿਊਮਨ ਵੈਲਿਊਜ਼ ਦੇ ਉੱਤੇ ਇਹ ਐਂਕਰ ਕੀਤਾ ਗਿਆ, ਜੋ ਬਾਹਰ ਦੇ ਲੋਕ ਸ਼ਾਇਦ ਸਮਝ ਨਹੀਂ। ਅਗਰ ਹੌਫਸਟਰ ਯੂਨੀਵਰਸਿਟੀ ਨੇ ਸਾਨੂੰ ਇਸ ਦੇ ਉੱਤੇ, ਇਸ ਕੰਮ ਦੇ ਉੱਤੇ ਅਵਾਰਡ ਦਿੱਤਾ ਹੈ, ਉਹਨਾਂ ਨੇ ਹਿਊਮਨ ਵੈਲਿਊਜ਼ ਦੇ ਉੱਤੇ ਦਿੱਤਾ ਹੈ। ਤਾਂ ਬਿਲਕੁਲ ਜੀ, ਅਸੀਂ ਗੱਲਬਾਤ ਕੀਤੀ, ਡਾਕੂਮੈਂਟਰੀ ਬਾਰੇ ਜਾਣਿਆ। ਤੁਸੀਂ ਵੀ ਦਾ ਗੁਰੂ ਨਾਨਕ ਦੇਵ.com ਤੇ ਜਾ ਕੇ ਇਸ ਡਾਕੂਮੈਂਟਰੀ ਨੂੰ ਬਿਲਕੁਲ ਫ੍ਰੀ ਦੇ ਵਿੱਚ ਦੇਖ ਸਕਦੇ ਹੋ। ਔਰ ਉਮੀਦ ਕਰਦੇ ਹਾਂ ਕਿ ਜਿੱਦਾਂ ਅਮਰਦੀਪ ਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਡਾਕੂਮੈਂਟਰੀ ਦੇ ਜ਼ਰੀਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਸ ਸਫ਼ਰ ਨੂੰ ਜੋ ਕਦੇ ਉਹਨਾਂ ਨੇ 9 ਮੁਲਕਾਂ ਦੇ ਵਿੱਚ ਤੈਅ ਕੀਤਾ ਸੀ, ਅਸੀਂ ਵੀ ਉਸ ਨੂੰ ਸਮਝ ਪਾਈਏ ਤੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਸਮਝ ਪਾਈਏ। ਕੈਮਰਾਮੈਨ ਰਮਨ ਦੇ ਨਾਲ ਮੈਂ ਪ੍ਰਦੀਪ ਧੀਮਾਨ, ਪਬਲਿਕ ਗਾਰਡੀਅਨ ਲਈ।